ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਬਾਣੀ ਚੈਨਲ ਵੇਖਣ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਰਮਨਦੀਪ ਕੌਰ ਨਿੱਘਾ ਸਵਾਗਤ ਕਰਦੀ ਹਾਂ। ਤਾਂ ਦਰਸ਼ਕੋ, ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ, ਇੱਕ ਬਾਣੀ ਚੈਨਲ ਦੀ ਇਹ ਕੋਸ਼ਿਸ਼ ਹੁੰਦੀ ਹੈ ਕਿ ਸਮੇਂ-ਸਮੇਂ 'ਤੇ ਵੱਖ-ਵੱਖ ਸ਼ਖਸੀਅਤਾਂ ਦੇ ਵਿਚਾਰ ਤੁਹਾਡੇ ਤੱਕ ਪਹੁੰਚਾਉਂਦੇ ਰਹੀਏ, ਜਿਨ੍ਹਾਂ ਦੇ ਵਿਚਾਰ ਤੁਹਾਡੇ ਨਾਲ ਸਾਂਝੇ ਕਰਨੇ ਜ਼ਰੂਰੀ ਹੁੰਦੇ ਨੇ। ਅਤੇ ਉਹਨਾਂ ਮੁੱਦਿਆਂ 'ਤੇ ਵੀ ਜ਼ਰੂਰ ਗੱਲਬਾਤ ਕਰੀਏ ਜਿਹੜੇ ਸਮਾਜ ਦੇ ਵਿੱਚ ਸਾਨੂੰ ਲੱਗਦਾ ਹੈ ਵਿਚਰਦੇ ਹੋਏ, ਨਾਲੇ ਤਾਂ ਸਾਨੂੰ ਧਿਆਨ ਦੇਣਾ ਚਾਹੀਦਾ ਅਤੇ ਨਾਲੇ ਉਹਨਾਂ ਮੁੱਦਿਆਂ ਦੇ ਵੱਲ ਤੁਹਾਨੂੰ ਵੀ ਧਿਆਨ ਦੇਣਾ ਬਹੁਤ ਜ਼ਰੂਰੀ ਹੈ। ਗੱਲ ਕਰੀਏ ਜੇਕਰ 1947 ਦੀ ਵੰਡ ਦੀ, ਜਿਵੇਂ ਕਿ ਆਪਾਂ ਸਾਰੇ ਜਾਣਦੇ ਹਾਂ, 1947 ਦੀ ਜਦੋਂ ਵੰਡ ਹੋਈ ਸੀ ਤਾਂ ਬਹੁਤ ਸਾਰੇ ਘਰਾਂ ਨੇ, ਜੇਕਰ ਗੱਲ ਕੀਤੀ ਜਾਵੇ ਲਗਭਗ ਹਰ ਇੱਕ ਨੇ ਹੀ ਉਹ ਸੰਤਾਪ ਹੈ ਜਿਹੜਾ ਉਸ ਵੰਡ ਦੇ ਬਾਅਦ, ਜਦੋਂ ਆਪਾਂ ਘਰਾਂ ਤੋਂ ਸਾਡੇ ਬਜ਼ੁਰਗ ਬੇਘਰ ਹੋ ਗਏ ਸੀ, ਜੇਕਰ ਮੈਂ ਕਹਾਂ ਕਿ ਉੱਜੜ ਗਏ ਸਨ, ਤਾਂ ਉਹ ਸੰਤਾਪ ਆਪਦੇ ਪਿੰਡੇ ਦੇ ਉੱਤੇ ਹੰਢਾਇਆ। ਅਤੇ ਜਿਨ੍ਹਾਂ ਨੇ ਉਸ 1947 ਦੇ ਸੰਤਾਪ ਨੂੰ ਭੋਗਿਆ ਜਾਂ ਵੇਖਿਆ, ਮੈਨੂੰ ਨਹੀਂ ਲੱਗਦਾ ਅੱਜ ਤੱਕ ਵੀ ਉਹ ਉਸ ਵੰਡ ਦੇ ਸੰਤਾਪ ਨੂੰ ਭੁੱਲੇ ਹੋਣਗੇ, ਕਿਉਂਕਿ ਬਹੁਤ ਸਾਰੇ ਲੋਕਾਂ ਨੇ ਉਸ ਸਮੇਂ ਆਪਣੇ ਘਰ ਗਵਾ ਕੇ ਦਿੱਤੇ ਸਨ। ਤਾਂ ਉਹਨਾਂ 1947 ਦੇ ਉੱਜੜੇ ਹੋਏ ਲੋਕਾਂ ਦੀ ਬਹੁਤ ਸਾਰੇ ਸਾਡੇ ਵੀਰ ਜਿਹੜੇ ਸਮਾਜ ਦੇ ਵਿੱਚ ਲੋਕਾਂ ਦੀ ਚਿੰਤਾ ਰੱਖਦੇ ਨੇ, ਭਾਈਚਾਰਕ ਸਾਂਝ ਦੀ ਵੀ ਚਿੰਤਾ ਰੱਖਦੇ ਨੇ, ਉਹਨਾਂ ਨੇ ਕੋਸ਼ਿਸ਼ ਕੀਤੀ ਕਿ 1947 ਦੇ ਜਿਹੜੇ ਸ਼ਰਨਾਰਥੀ ਨੇ ਉਹਨਾਂ ਦੀ ਸਾਰ ਲਈ ਜਾਵੇ ਸਮੇਂ-ਸਮੇਂ ਦੇ ਉੱਤੇ। ਤਾਂ ਉਸੇ ਹੀ ਗੱਲਬਾਤ ਦੇ ਦੌਰਾਨ ਕਿ ਕਿਸ ਤਰ੍ਹਾਂ ਉਹ ਜਿਹੜੇ ਸਮਾਜ ਦੇ ਵਿੱਚ ਰਹਿੰਦੇ ਹੋਏ ਉਹ ਲੋਕ ਨੇ, ਕੀ ਉਹਨਾਂ ਨੂੰ ਪ੍ਰੋਬਲਮਸ ਆਈਆਂ, ਕਿੱਦਾਂ ਉਹਨਾਂ ਪ੍ਰੋਬਲਮਸ ਦਾ ਹੱਲ ਕੱਢਿਆ ਗਿਆ ਅਤੇ ਅਗਾਂਹ ਉਹਨਾਂ ਪ੍ਰੋਬਲਮਸ ਨੂੰ ਕਿੱਦਾਂ ਹੱਲ ਕੀਤਾ ਜਾ ਰਿਹਾ ਹੈ। ਤੁਸੀਂ ਮੇਰੇ ਨਾਲ ਵੇਖ ਸਕਦੇ ਹੋ, ਇਹ ਉਹੀ ਚਾਰ ਸ਼ਖਸੀਅਤਾਂ ਨੇ, ਇਹ ਉਹੀ ਚਾਰ ਲੋਕ ਨੇ ਜਿਹੜੇ ਕਿ ਉਸ 1947 ਦੇ ਸ਼ਰਨਾਰਥੀਆਂ ਦੇ ਉੱਪਰ ਆਪਣੀ ਚਿੰਤਾ ਰੱਖਦੇ ਹੋਏ ਸਮੇਂ-ਸਮੇਂ 'ਤੇ ਸਰਕਾਰ ਤੱਕ ਆਪਣੀ ਗੱਲ ਪਹੁੰਚਾ ਰਹੇ ਨੇ ਅਤੇ ਨਾਲ ਹੀ ਭਾਈਚਾਰਕ ਸਾਂਝ ਦਾ ਵੀ ਸੁਨੇਹਾ ਦੇ ਰਹੇ ਨੇ। ਆਪਾਂ ਇਸ ਦੇ ਬਾਬਤ ਗੱਲਬਾਤ ਕਰਾਂਗੇ। ਸਰਦਾਰ ਅਮਰੀਕ ਸਿੰਘ ਜੀ, ਐਡਵੋਕੇਟ ਸਰਦਾਰ ਅਮਰੀਕ ਸਿੰਘ ਜੀ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਜੁੜੇ ਨੇ, ਜਿਹੜੀ ਕਿ 1947 ਦੇ ਜਿਹੜੇ ਸ਼ਰਨਾਰਥੀ ਨੇ ਉਹਨਾਂ ਦੇ ਵੱਲੋਂ ਇੱਕ ਸੰਸਥਾ ਇਹਨਾਂ ਦੇ ਵੱਲੋਂ ਚਲਾਈ ਜਾ ਰਹੀ ਹੈ, ਉਸ ਦੇ ਵਿੱਚ ਬਤੌਰ ਪ੍ਰੈਜ਼ੀਡੈਂਟ ਇਹ ਆਪਣੀ ਜਿਹੜੀ ਸੇਵਾ ਨਿਭਾ ਰਹੇ ਨੇ। ਜੀ ਵੀਰ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਇੱਕ ਬਾਣੀ ਚੈਨਲ ਦੇ ਉੱਤੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਮਨ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਸਾਡੀ ਗੱਲ ਨੂੰ ਅੱਜ ਸੰਜੀਦਾ ਲੈ ਕੇ ਅਤੇ ਆਮ ਜੰਮੂ ਕਸ਼ਮੀਰ ਦੀ ਸੰਗਤ ਨੂੰ ਇਹ ਦਰਸਾਉਣਾ ਚਾਹੁੰਦੇ ਕਿ ਸਾਡੇ ਨਾਲ ਕੀ ਬੀਤਾ ਜੀ। ਵਾਸਤਵ ਵਿੱਚ ਜੋ 1947 ਦਾ ਸੰਤਾਪ ਹੈ, ਇੱਕ ਬਹੁਤ ਬੜੀ ਦਰਦ ਭਰੀ ਕਹਾਣੀ ਹੈ ਜੀ, ਜਿਸ ਨੂੰ ਵੀ ਵਰਣਨ ਕਰਦਿਆਂ ਹਰ ਬੰਦੇ ਦੇ ਅੱਖਾਂ 'ਚ ਅੱਥਰੂ ਆ ਜਾਂਦੇ ਹਨ ਜੀ। 1947 ਵਿੱਚ ਜਦੋਂ ਕਿ ਇੰਡੀਆ ਪਾਕਿਸਤਾਨ ਦੀ ਵੰਡ ਹੋਈ ਅਤੇ ਕਸ਼ਮੀਰ ਨੂੰ ਹੜਪ ਕਰਨ ਲਈ, ਕਸ਼ਮੀਰ ਨੂੰ 'ਤੇ ਕਬਜ਼ਾ ਕਰਨ ਲਈ ਪਾਕਿਸਤਾਨ ਆਰਮੀ ਉਹਨਾਂ ਨਾਲ ਕੋਈ ਕਬਾਇਲੀ ਮਿਲ ਕੇ ਅਤੇ ਸਾਡੇ ਲੋਕਾਂ ਦੇ ਤਕਰੀਬਨ ਰਾਤ ਦੇ 12 ਵਜੇ ਉਹਨਾਂ ਨੇ ਡਿਸਟ੍ਰਿਕਟ ਮੁਜ਼ੱਫਰਾਬਾਦ, ਤਹਿਸੀਲ ਬਾਗ, ਤਹਿਸੀਲ ਪੁੰਛ, ਤਹਿਸੀਲ ਕੋਟਲੀ, ਤਹਿਸੀਲ ਮੀਰਪੁਰ, ਪਲੰਦਰੀ, ਜੀ, ਇਹਨਾਂ ਤਹਿਸੀਲਾਂ 'ਤੇ ਪਾਕਿਸਤਾਨ ਦੀ ਆਰਮੀ ਨੇ ਬੜੀ ਸ਼ਿੱਦਤ ਨਾਲ ਹਮਲਾ ਕੀਤਾ, ਜਿਹਦੇ ਫਲਸਰੂਪ ਇੰਨੀ ਮਾਰ ਕੁਟਾਈ ਹੋਈ ਕਿ ਸਾਡੇ ਕਮ ਅਜ਼ ਕਮ ਡਿਸਟ੍ਰਿਕਟ ਪੁੰਛ ਵਿੱਚ 40,000 ਆਦਮੀ ਦੀ ਮੌਤ ਹੋਈ। ਇਸੇ ਤਰ੍ਹਾਂ ਮੁਜ਼ੱਫਰਾਬਾਦ ਡਿਸਟ੍ਰਿਕਟ ਵਿੱਚ ਜਦੋਂ ਕਬਾਲੀਆਂ ਨੇ ਹਮਲਾ ਕੀਤਾ ਅਤੇ ਉਹਨਾਂ ਨੇ ਘੇਰਾ ਮਾਰ ਕੇ ਮੁਜ਼ੱਫਰਾਬਾਦ ਦੀ ਬਹੁਤ ਜ਼ਿਆਦਾ ਹੀ ਸੰਖਿਆ ਵਿੱਚ ਲੋਕਾਂ ਦੀ ਸ਼ਹਾਦਤ ਹੋਈ ਹੈ, ਲੋਕ ਸ਼ਹਾਦਤ ਦਿੱਤੀ ਹੈ। ਇਸੇ ਤਰੀਕੇ ਨਾਲ ਉਹ ਜਦੋਂ ਪਾਕਿਸਤਾਨ ਆਰਮੀ ਅਤੇ ਕਬਾਇਲੀ ਜਦੋਂ ਸ਼੍ਰੀਨਗਰ ਆਉਣ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਸੰਗਰਾਮੇ ਆ ਕੇ ਕੁਝ ਜਿਹੜੇ ਲੋਕਲ ਲੋਕ ਸਨ, ਸੰਗਰਾਮੇ ਦੇ ਸਰਦਾਰ ਨਾਨ ਸਿੱਖ ਜਿਹੜੇ ਸਨ, ਉਹਨਾਂ ਦਾ ਬੜਾ ਕਤਲੇਆਮ ਕੀਤਾ। ਤਕਰੀਬਨ 30,000 ਆਦਮੀ ਸੰਗਰਾਮੇ ਮਾਰਿਆ ਗਿਆ। ਇਸੇ ਤਰ੍ਹਾਂ ਬਡਗਾਮ ਵਿੱਚ ਮਾਰੇ ਗਏ, ਕੁਪਵਾੜੇ ਦੇ ਏਰੀਏ 'ਚ ਬੰਦੇ ਮਾਰੇ ਗਏ। ਉਸ ਦਾ ਫਲਸਰੂਪ ਇਹ ਹੋਇਆ ਕਿ ਜਦੋਂ ਆਰਮੀ ਸ਼੍ਰੀਨਗਰ 'ਤੇ ਪੁੱਜਣ ਲੱਗੀ ਤਾਂ ਉਸ ਵਕਤ ਜੰਮੂ ਕਸ਼ਮੀਰ ਦੇ ਜਦੋਂ ਪ੍ਰਧਾਨ ਮੰਤਰੀ ਸਨ ਸ਼ੇਖ ਮੁਹੰਮਦ ਅਬਦੁੱਲਾ ਜੀ, ਸ਼ੇਖ ਅਬਦੁੱਲੇ ਨੇ ਪੰਡਤ ਨਹਿਰੂ ਨੂੰ ਇਹ ਗੱਲ ਕਿਹਾ ਕਿ ਅਗਰ ਇਹ ਲੋਕ POJK ਦੇ ਲੋਕ ਅਗਰ ਇੱਧਰ ਆ ਗਏ ਅਤੇ ਮੇਰਾ ਇੱਥੇ ਦਾ ਜੰਮੂ ਕਸ਼ਮੀਰ ਦਾ ਪ੍ਰਧਾਨ ਮੰਤਰੀ ਬਣਨਾ ਬੜਾ ਅਸੰਭਵ ਹੋ ਜਾਏਗਾ, ਕਿਉਂਕਿ ਉਹ ਲੋਕ ਮੈਨੂੰ ਬਰਦਾਸ਼ਤ ਨਹੀਂ ਕਰਦੇ ਜੀ। ਬਿਹਤਰ ਇਹ ਹੈ ਕਿ ਆਪਣੀ ਆਰਮੀ ਨੂੰ ਵਾਪਸ ਬੁਲਾ ਲਓ ਅਤੇ ਆਰਮੀ ਸਾਡੀ ਪਾਰ ਨਾ ਜਾਏ, ਕਿਉਂਕਿ ਸਾਡੀ ਆਰਮੀ ਜੇਹਲਮ ਪਾਰ ਕਰਕੇ ਮੁਜ਼ੱਫਰਾਬਾਦ ਏਰੀਆ, ਪੂਰਾ ਏਰੀਆ ਵਾਪਸ ਲੈਣਾ ਚਾਹੁੰਦੀ ਸੀ ਜੀ।
तो पंडित नेहरू ने शेख मुहम्मद अब्दुल्ले की गल सुन के पटियाला फौज जी जिसने अटैक किया काउंटर अटैक किया पाकिस्तान से उन्होंने वापस बुला लिया। इस तरह ही डिस्ट्रिक्ट पुंछ वाले पासे जदों पाकिस्तान की आर्मी साढ़े पुंछ जिहड़े इस साइड का पुंछ इधर पुजन लगे तो उत्थे दी कमांड सी ब्रिगेडियर प्रीतम सिंह जी पंजाब के ब्रिगेडियर सन। उन्होंने कोले कमांड सी पुंछ एरिए की। उन्होंने किया कि साढ़े घरां चों जिहड़े लोग सन गरीब लोग उत्थों उजड़ के आए सन उन्होंने बच्चे कोई 8 साल कोई 10 साल उन्होंने बाहर कढ़िया और उन्होंने हत्थां स्टैंड गन 303 की राइफल स्टैंड गन दी उदों है नहीं सी 303 की राइफल उन्होंने पकड़ा दी कि करो फायर तुसी जी। बच्चों ने फायर किया। पाकिस्तान आर्मी ने थोड़ी दहशत पै गई कि पता नहीं किन्ने लोग आ गए। तो उस वक्त ये सी कि लोगों को जम्मू पहुँचाने का कोई साधन नहीं सी। ब्रिगेडियर साहब ने यह देखा कि एक बड़ा वड्डा कब्रिस्तान सी जिथे कि एयरक्राफ्ट बिठाने की जगह बन सकती सी। उन्होंने सारे सिविलियन को कहा भाई तुसी सारे निकलो बाहर अते अपने घरों जो भी जिस कोल कई बेलचा जो भी हथियार है सारे कढ़ के इस कब्रिस्तान को असी प्लान करिए। जदों कब्रिस्तान प्लान करके एयरक्राफ्ट बिठाया गया तो शेख मुहम्मद अब्दुल्ले ने फिर पंडित नेहरू ने कहा कि देखो तुहाड़ा ये ब्रिगेडियर ने साढ़े धार्मिक स्थल जिहड़े न कबरां जिहड़ियां साड़ियां पुछ जिहड़ियां मृतक जिहड़े साढ़े लोग से दफनाए किते सन उन्होंने डिस्टर्ब कर दिता। तो उस वक्त की होया कि पंडित नेहरू तो शेख अब्दुल्ले की आपस में बड़ी टैली सी। पंडित नेहरू ने क्या किया कि ब्रिगेडियर प्रीतम सिंह नूं कोर्ट मार्शल लगा दिता जी। ब्रिगेडियर साहब के कपड़े उतारे गए वर्दी उतारी गई कोर्ट मार्शल का उन्होंने सामना करना पिया जी। ये चीज़ देख के ते साढ़े जिहड़े सिविलियन लोग सन उन्होंने अपनी कोशिश करके अपने तौर पे इस आर्मी का मुकाबला किया और ब्रिगेडियर साहब का पूरा साथ दिता तो लोगों को उत्थों एयरक्राफ्ट से बिठा के जम्मू पहुँचाया जी। अज जिहड़ा तकरीबन उस समय जिहड़ा तकरीबन 1,30,000 के लोग गिनती भी साढ़े लोग शहीद होए अते अज जिहड़ी साड़ी गिनती है 15 लाख के करीब पुजी है। जम्मू कश्मीर दी असैंबली दी 17 कॉन्स्टिट्यूएंसीज ऐसे हैं जिथे कि साढ़े लोगों के वोट डिसाइडिंग फैक्टर होंदे हैं। साढ़े लोग वोट पाएंगे तो उत्थे दा असैंबली जिते गए। लेकिन साढ़े लिए POJK के शरणार्थियों वास्ते इन्होंने 25 सीटां रिजर्व कीतियां सन कि जिहड़े लोग पार तो इधर आए उन्होंने वास्ते 25 सीटां असीं रिजर्व करांगे ताकि जदों जम्मू कश्मीर दा वंड मुकम्मल हो जाएगी तो असीं ये सीटां जिहड़ियां इन्हां वास्ते डी फ्रीज करांगे। लेकिन ना ही 75 साल हो गए ना ही अज तक सीटां डी फ्रीज होईयां और ना ही सानू हक मिलिया। एक सीट इन्होंने मैंडर नूं दे दी सानू समझ नहीं आई मैंडर विखे साडा कोई शरणार्थी आई नहीं क्योंकि शरणार्थी जिहड़े सन सारे नान मुस्लिम सन तो उत्थे कोई नान मुस्लिम है ही नहीं तो उन्होंने एक सीट दे दी। 24 सीटां जिहड़ियां साड़ियां अज तक इन्होंने डी फ्रीज करके रखियां। असीं चाहते हैं कि वो सीटां डी फ्रीज करके सानू घੱਟ तो घੱਟ जिहड़ी साड़ी संख्या बनती है संख्या के मुताबिक 10 असैंबली सीटां ते असीं हकदार हाँ जी। असीं पिछे डिलिमिटेशन कमीशन नूं भी कहा भाई सानू ये अपना हक दिओ क्योंकि जम्मू कश्मीर का फैसला कदे होना नहीं है। असीं इंडिया गवर्नमेंट कहती है कि असीं POJK नूं कैप्चर करना है वो बड़ी अच्छी गल है। असीं भी चाहते हैं कि कैप्चर करन ते असीं वापस जाइए। लेकिन ये हुण पता नहीं कदों दा फैसला 75 साल रमन जी ये साड़ी तीसरी पीढ़ी जा रही है जी। साढ़े जिहड़ी आउण वाले बच्चे उन्होंने पता नहीं असीं साढ़े पिछोकड़ की असीं कित्थों आए हाँ कौन सी साढ़े नाल की होया किस ढंग नाल असीं उत्थे पुजे किहड़े असीं संताप झेल के ते असीं जम्मू पुजे हाँ या देश के और प्रांतां साढ़े लोग गए जिहड़े 9200 फैमिलियां जिहड़ियां ना और देश के बाकी प्रांतां गई जिस तरह के UP च हैं राजस्थान भी हैं अलवर वगैरह वगैरह दिल्ली विच भी हैं वो लोग साढ़े उत्थे बैठे हैं अजे वो भी प्रॉपर सैटल नहीं होए वो बेचारे कोई किराए ते बैठा था कोई किते बैठा था। असीं सरकार नूं ये तकरीबन अज सानू 75 साल होए सरकार नाल साड़ी इहो जदोजहद चल रही है भी सानू प्रॉपर पुनर्गठन किया जाए साड़ा सानू रिहेबिलिटेट किया जाए साड़ा जिहड़ा हक है। और वास्तव में असीं जिहड़ी प्रॉपर्टी उत्थे छोड़ के आए हैं पाकिस्तान चाहे वो मूवेबल या इमूवेबल प्रॉपर्टी है उस प्रॉपर्टी की आज तक ना जम्मू कश्मीर सरकार ना भारत सरकार ना पाकिस्तान सरकार ने उस प्रॉपर्टी को रजिस्टर किया कि किहड़े बंदे किहड़ी फैमिली की कितनी प्रॉपर्टी उत्थे सी किन्ने बाग सन किन्नी ज़मीन सी किन्ने इन्हां दे संपत्ति सी माल मवेशी सी उस असीं चाहते हैं कि साड़ी वो कम से कम रजिस्टर तो करो कल नूं असीं क्लेम कर सकीए। लेकिन एक है कि पार्लीमेंटरी कमेटी ने एक साढ़े लिए रिकमेंडेशन की सी गवर्नमेंट ऑफ इंडिया नूं
ਜਿਹਦੇ ਵਿੱਚ ਵਾਧਵਾ ਕਮਿਸ਼ਨ ਹੀ ਸੀ ਕਿ ਇਹਨਾਂ ਲੋਕਾਂ ਨੂੰ ਯਕਮੁਸ਼ਤ ਜਿਹੜਾ ਹੈ ਲੰਮਸਮ ਜਿਸ ਨੂੰ ਕਹਿੰਦੇ ਕਿ 30 ਲੱਖ ਰੁਪਇਆ ਇਹਨਾਂ ਨੂੰ ਪਰ ਫੈਮਿਲੀ ਦੇ ਦਿਓ ਤਾਂ ਕਿ ਕੁਝ ਨਾ ਕੋਈ ਆਪਣਾ ਗੁਜ਼ਾਰਾ ਕਰ ਸਕਣ ਜੀ। ਤੇ ਉਹ ਪਿੱਛੇ ਮੋਦੀ ਸਰਕਾਰ ਨੇ ਸਾਨੂੰ 5.5 ਲੱਖ ਰੁਪਇਆ ਉਹਨਾਂ ਨੇ ਰਿਲੀਜ਼ ਕੀਤਾ ਸੀ। 2000 ਦਾ ਪੈਕੇਜ ਸਾਨੂੰ ਦਿੱਤਾ ਸੀ ਪਰ ਫੈਮਿਲੀ ਨੂੰ 5.5 ਲੱਖ ਰੁਪਇਆ ਉਹਨਾਂ ਨੇ ਫਿਕਸ ਕੀਤਾ ਸੀ, ਜਿਹੜਾ ਕਿ ਤਕਰੀਬਨ 90-95% ਸਾਨੂੰ ਮਿਲ ਗਿਆ ਹੈ। ਅਸੀਂ ਚਾਹੁੰਦੇ ਹਾਂ ਕਿ 24.5 ਲੱਖ ਜਿਹੜਾ ਸਾਡਾ ਬਕਾਇਆ ਰਕਮ ਹੈ ਉਸ ਨੂੰ ਵੀ ਬਾਗੁਜ਼ਾਰ ਕੀਤਾ ਜਾਏ, ਕਿਉਂਕਿ ਸਾਡੇ ਲੋਕਾਂ ਨਾਲ ਬੜਾ ਜ਼ਿਆਦਤੀ ਹੋਈ ਹੈ। ਅਸੀਂ ਚਾਹੁੰਦੇ ਹਾਂ ਕਿ ਜੋ ਕਸ਼ਮੀਰੀ ਪੰਡਤ ਭਰਾ ਹਨ ਉਹਨਾਂ ਨੂੰ ਗੌਰਮੈਂਟ ਨੇ ਅੱਛੀ ਤਰੀਕੇ ਨਾਲ ਰਿਹੈਬਿਲਿਟੇਟ ਕੀਤਾ, ਕਰ ਵੀ ਰਹੀ ਹੈ, ਅਸੀਂ ਖੁਸ਼ੀ ਹੈ ਸਾਨੂੰ। ਲੇਕਿਨ ਅਸੀਂ ਚਾਹੁੰਦੇ ਹਾਂ ਕਿ ਜਿਹੜੇ ਸਾਡੇ ਲੋਕਾਂ ਦੀ ਇੰਨੀ ਮਾਸ ਮਸਕਰ ਹੋਇਆ, ਸਾਡੇ ਦਾਦਾ ਪਿਓ ਦਾਦਾ ਪੜਦਾਦਾ ਤਾਇਆ ਚਾਚਾ ਭਰਾ ਕਿੰਨੇ ਲੋਕ ਉੱਥੇ ਮਾਰੇ ਗਏ, ਲੇਕਿਨ ਅੱਜ ਤੱਕ ਉਹਨਾਂ ਵਾਸਤੇ ਸਰਕਾਰ ਨੇ ਅੱਜ ਤੱਕ ਸਾਡੇ ਲਈ ਕੋਈ ਪੁਨਰਗਠਨ ਦਾ ਕੋਈ ਜਿਹੜਾ ਉਪਰਾਲਾ ਨਹੀਂ ਕੀਤਾ। ਲੇਕਿਨ ਹੁਣ ਬੜੀ ਖੁਸ਼ੀ ਹੋਈ ਹੈ ਕਿ ਜੰਮੂ ਪੀਪਲ ਫੋਰਮ ਨੇ ਇੱਕ ਬੜੀ ਸੰਜੀਦਾ ਸੋਚ ਦੇ ਮੁਤਾਬਕ ਇੱਕ ਫੈਸਲਾ ਕੀਤਾ ਹੈ ਕਿ ਜਿਹੜੇ 1947 ਦੇ ਸ਼ਰਨਾਰਥੀ ਜਿਨ੍ਹਾਂ ਨੇ ਬੜੀਆਂ ਕੁਰਬਾਨੀਆਂ ਦੇ ਕੇ ਜੰਮੂ ਕਸ਼ਮੀਰ ਨੂੰ ਬਚਾਇਆ ਹੈ, ਔਰ ਵਾਸਤਵ ਵਿੱਚ ਅਸੀਂ ਸੇਵੀਅਰ ਹਾਂ ਜੰਮੂ ਕਸ਼ਮੀਰ ਦੇ। ਸਾਡੇ ਲੋਕਾਂ ਨੇ ਬੜੇ ਖੂਨ ਦੇ ਕੇ ਜੰਮੂ ਕਸ਼ਮੀਰ ਨੂੰ ਬਚਾਇਆ ਕਿ ਇਹਨਾਂ ਲੋਕਾਂ ਦੇ ਵੀ ਸ਼ਹਾਦਤਾਂ ਨੂੰ ਅਸੀਂ ਮੰਜ਼ਿਲ ਆਮ 'ਤੇ ਲਿਆਇਆ ਜਾਏ। ਤਾਂ ਉਸ ਸਿਲਸਿਲੇ 'ਚ ਇੱਕ ਜੰਮੂ ਪੀਪਲ ਫੋਰਮ ਨੇ ਇੱਕ ਪ੍ਰੋਗਰਾਮ ਬਣਾਇਆ ਕਿ 8 ਮਈ ਨੂੰ ਇੱਕ ਬਹੁਤ ਬੜਾ ਸੰਮੇਲਨ ਹੋ ਰਿਹਾ, ਕਮ ਅਜ਼ ਕਮ 30-40 ਹਜ਼ਾਰ ਆਦਮੀ ਆ ਰਿਹਾ ਜੰਮੂ ਕਾਲਜ ਫਾਰ ਵੂਮਨ ਗਾਂਧੀ ਨਗਰ ਵਿਖੇ। ਇੱਕ ਬਹੁਤ ਬੜਾ ਸੰਮੇਲਨ ਹੋ ਰਿਹਾ, 30,000 ਦੇ ਕਰੀਬ ਕੁਰਸੀਆਂ ਉੱਥੇ ਲੱਗਣਗੀਆਂ ਅਤੇ ਉੱਥੇ ਵਿਸ਼ੇਸ਼ ਤੌਰ 'ਤੇ ਭਾਰਤ ਸਰਕਾਰ ਦੇ ਵੀ ਕੋਈ ਵਿਸ਼ੇਸ਼ ਵਿਅਕਤੀ ਆਉਣਗੇ, ਜੰਮੂ ਕਸ਼ਮੀਰ ਦੇ ਵੀ ਸਾਰੇ ਆਉਣਗੇ। ਉੱਥੇ ਉਹਨਾਂ ਲੋਕਾਂ ਨੂੰ ਸਨਮਾਨਿਤ ਕੀਤਾ ਜਾਏਗਾ ਜਿਨ੍ਹਾਂ ਲੋਕਾਂ ਨੇ 1947 ਵਿੱਚ ਕੁਰਬਾਨੀਆਂ ਦੇ ਕੇ ਜੰਮੂ ਕਸ਼ਮੀਰ ਨੂੰ ਬਚਾਇਆ। ਉਹਨਾਂ ਨੂੰ ਸ਼ਰਧਾ ਸੁਮਨ ਫੁੱਲ ਭੇਟ ਕੀਤੇ ਜਾਣਗੇ ਅਤੇ ਉਹਨਾਂ ਦੀਆਂ ਉਪਲਬਧੀਆਂ ਜਿਹੜੀਆਂ ਹਨ ਉੱਥੇ ਵਰਣਨ ਕੀਤੀਆਂ ਜਾਣਗੀਆਂ। ਤੇ ਅਸੀਂ ਸਾਰੀ ਜਨਤਾ ਨੂੰ ਜੰਮੂ ਕਸ਼ਮੀਰ ਤੋਂ ਇਲਾਵਾ ਭਾਰਤ ਦੇ ਜਿੰਨੇ ਵਿੱਚ ਸਾਡਾ ਰਿਫਿਊਜੀ ਵਿਸਥਾਪਿਤ ਬੈਠਾ ਹੈ ਉਹਨਾਂ ਦੀ ਸੇਵਾ ਬੇਨਤੀ ਕਰਾਂਗੇ ਕਿ ਕਿਰਪਾ ਕਰਕੇ ਇਹ ਇੱਕ ਬੜਾ ਸੁਨਹਿਰੀ ਮੌਕਾ ਸਾਨੂੰ ਮਿਲਿਆ ਇਸ ਨੂੰ ਮੰਜ਼ਰ ਆਮ ਲਗਾਉਣ 'ਤੇ, ਕਿਉਂਕਿ ਕਸ਼ਮੀਰ ਫਾਈਲ ਬਣੀ ਹੈ ਤਾਂ ਕਸ਼ਮੀਰੀ ਪੰਡਤਾਂ ਦੀ ਜੋ ਦੁੱਖ ਦਰਦ ਹਨ ਉਹ ਸਾਰੀ ਦੁਨੀਆ ਨੇ ਦੇਖਿਆ, ਸਾਰੀ ਦੁਨੀਆ ਨੇ ਦੇਖਿਆ। ਅਸੀਂ ਚਾਹੁੰਦੇ ਹਾਂ ਕਿ 1947 ਦਾ ਜੋ ਬੜਾ ਵੱਡਾ ਸੰਤਾਪ ਅਸੀਂ ਝੇਲਿਆ, ਸਾਨੂੰ ਪਤਾ ਹੀ ਨਹੀਂ ਕਿ ਸਾਡੇ ਕਿੰਨੇ ਲੋਕ ਉੱਥੇ ਮਾਰੇ ਗਏ। ਅਸੀਂ ਇਹ ਡਿਟੇਲ ਇਕੱਠੀ ਕਰ ਰਹੇ ਹਾਂ, ਲੇਕਿਨ ਅਜੇ ਤੱਕ ਰਫਲੀ ਸਾਨੂੰ ਇਹ ਪਤਾ ਲੱਗਾ ਕਿ 1,30,000 ਬੰਦਾ ਸਾਡਾ ਮਾਰਿਆ ਗਿਆ ਸੀ, ਜਿਹੜਾ ਕਿ 1947 ਵਿੱਚ ਜਿਨ੍ਹਾਂ ਨੇ ਸ਼ਹੀਦੀਆਂ ਪ੍ਰਾਪਤ ਕੀਤੀਆਂ। ਤਾਂ ਅਸੀਂ ਸਾਰੀ ਜੰਮੂ ਕਸ਼ਮੀਰ ਦੇ ਜਿੱਥੇ ਵੀ ਸਾਡਾ ਸ਼ਰਨਾਰਥੀ ਵੀਰ ਬੈਠਾ ਦਾ ਉਹਨਾਂ ਦੀ ਸੇਵਾ ਬੇਨਤੀ ਕਰਾਂਗੇ, ਸਿਨਮਰ ਬੇਨਤੀ ਕਰਾਂਗੇ ਕਿ ਵੀਰੋ ਇਹ ਬੜਾ ਵੱਡਾ ਸੁਨਹਿਰੀ ਮੌਕਾ ਆਇਆ ਤੁਹਾਡੇ ਦੁੱਖ ਦਰਦਾਂ ਨੂੰ ਮੰਜ਼ਰ ਆਮ 'ਤੇ ਲਿਆਉਣ 'ਤੇ। ਕਿਰਪਾ ਕਰਕੇ 8 ਤਰੀਕ ਸਵੇਰੇ 10:30 ਵਜੇ ਵੂਮਨ ਕਾਲਜ ਜੰਮੂ ਇਕੱਤਰਿਤ ਹੋ ਤਾਂ ਕਿ ਸਰਕਾਰ ਨੂੰ ਵੀ ਪਤਾ ਲੱਗੇ, ਉੱਥੇ ਇੰਟਰਨੈਸ਼ਨਲ ਜਿਹੜੀ ਕਮਿਊਨਿਟੀ ਹੈ ਉਹਨਾਂ ਨੂੰ ਵੀ ਪਤਾ ਲੱਗੇ ਕਿ ਜੰਮੂ ਕਸ਼ਮੀਰ ਦੇ 1947 ਦੇ ਸ਼ਰਨਾਰਥੀਆਂ ਨਾਲ ਕੀ ਜ਼ੁਲਮ ਹੋਇਆ ਹੈ ਔਰ ਉਹਨਾਂ ਨੇ ਕਿਹੜੇ ਜ਼ੁਲਮ ਸਹਿ ਕੇ ਇਸ ਜੰਮੂ ਕਸ਼ਮੀਰ ਨੂੰ ਬਚਾਇਆ। ਤਾਂ ਫਿਰ ਮੈਂ ਆਪਣੀ ਤਰਫੋਂ ਆਪਣੇ ਦੋਸਤਾਂ ਦੀ ਤਰਫੋਂ ਜੰਮੂ ਕਸ਼ਮੀਰ ਦੇ ਜਿੰਨੇ ਵੀ ਵਿਸਥਾਪਿਤ ਜਿੱਥੇ ਬੈਠੇ ਨੇ ਕਿਰਪਾ ਕਰਕੇ ਵੀਰੋ ਸਾਰੇ ਆਓ। 10:30 ਵਜੇ ਇਹ ਪ੍ਰੋਗਰਾਮ ਜਿਹੜਾ ਹੈ ਬੜਾ ਸੁੰਦਰ ਪ੍ਰੋਗਰਾਮ ਹੈ ਔਰ ਅਸੀਂ ਉਹਨਾਂ ਲੋਕਾਂ ਦਾ ਧੰਨਵਾਦ ਕਰਦੇ ਹਾਂ ਕਿ ਜਿਨ੍ਹਾਂ ਨੇ ਇਹ ਪ੍ਰੋਗਰਾਮ ਉਲੀਕਿਆ ਹੈ ਅਤੇ ਸਾਨੂੰ ਯਾਦ ਕੀਤਾ ਹੈ। ਬਹੁਤ ਧੰਨਵਾਦ ਤੁਹਾਡਾ, ਬਹੁਤ ਸ਼ੁਕਰੀਆ। ਅਸੀਂ ਆਸ ਕਰਦੇ ਹਾਂ ਕਿ ਤੁਹਾਡੇ ਚੈਨਲ ਦੇ ਥਰੂ ਇਹ ਸਾਡੀ ਜਿਹੜੀ ਆਵਾਜ਼ ਸੰਗਤ ਤੱਕ ਪੁੱਜੇਗੀ, ਲੋਕ ਇਸ ਨੂੰ ਸਵੀਕਾਰ ਕਰਕੇ ਉੱਥੇ ਪੁੱਜਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿੱਦਾਂ ਕਿ ਐਡਵੋਕੇਟ ਅਮਰੀਕ ਸਿੰਘ ਜੀ ਹੋਣਾ ਨੇ ਆਪਣੇ ਬਹੁਤ ਵਧੀਆ ਤਰੀਕੇ ਦੇ ਨਾਲ ਵਿਚਾਰ ਸਾਂਝੇ ਕੀਤੇ ਨੇ, ਤੇ ਹੁਣ ਆਪਾਂ ਚੱਲਦੇ ਹਾਂ ਸਰਦਾਰ ਸੁਰਜੀਤ ਸਿੰਘ ਜੀ ਹੋਣਾ ਦੇ ਵੱਲ ਕਿ ਇਹ ਸਾਰੇ ਹੀ ਸਾਥੀ ਤੁਸੀਂ ਵੇਖ ਸਕਦੇ ਹੋ ਇਹਨਾਂ ਦੇ ਖੱਬੇ ਪਾਸੇ ਤੇ ਬੈਠੇ ਨੇ ਵੀਰ, ਇੱਕ ਤਾਂ ਸਾਂਝੀ ਏਕਤਾ ਦਾ ਪ੍ਰਤੀਕ ਇਹ ਦੇ ਰਹੇ ਨੇ ਔਰ ਨਾਲ ਹੀ ਵੀਰ ਸਰਦਾਰ ਅਮਰੀਕ ਸਿੰਘ ਜੀ ਹੋਣਾ ਦੇ ਨਾਲ ਜਿਹੜੇ ਇਹਨਾਂ ਦੇ ਸਾਥੀ ਬੈਠੇ ਨੇ ਇਹ ਸਾਰੇ ਹੀ ਬਹੁਤ ਵਧੀਆ ਤਰੀਕੇ ਦੇ ਨਾਲ ਇਕਜੁੱਟ ਹੋ ਕੇ ਇਸ ਸੰਸਥਾ ਦੇ ਵਿੱਚ ਸੇਵਾ ਜਿਹੜੀ ਨਿਭਾ ਰਹੇ ਨੇ। ਤੇ ਆਪਾਂ ਗੱਲਬਾਤ ਕਰਦੇ ਹਾਂ ਸਰਦਾਰ ਸੁਰਜੀਤ ਸਿੰਘ ਜੀ ਹੋਣਾ ਨਾਲ। ਸਭ ਤੋਂ ਪਹਿਲਾਂ ਬਹੁਤ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿੱਦਾਂ ਕਿ 8 ਤਰੀਕ ਨੂੰ ਉਲੀਕੇ ਗਏ ਪ੍ਰੋਗਰਾਮ ਦੇ ਬਾਰੇ ਦੇ ਵਿੱਚ ਐਡਵੋਕੇਟ ਅਮਰੀਕ ਸਿੰਘ ਜੀ ਹੋਣਾ ਨੇ ਬਹੁਤ ਵਧੀਆ ਵਿਚਾਰ ਸਾਂਝੇ ਕੀਤੇ ਨੇ ਕਿ ਇੱਕ ਚੰਗਾ ਪਹਿਲ ਕਦਮੀ ਉਪਰਾਲਾ ਹੈਗਾ ਕਿ 1947 ਦੇ ਵਿੱਚ ਜਿਹੜੇ ਉਜੜੇ ਨੇ, ਜਿਹੜੇ ਸ਼ਹੀਦ ਹੋਏ ਨੇ, ਹੈ ਨਾ, ਉਹਨਾਂ ਨੂੰ ਚੇਤੇ ਕਰਨਾ। ਇੱਕ ਕਹਿੰਦੇ ਨੇ ਜ਼ਖਮਾਂ 'ਤੇ ਚਲੋ ਮਰਹਮ ਹੀ ਲੱਗ ਸਕਦੀ ਹੈ, ਜ਼ਖਮ ਭਰ ਤੇ ਨਹੀਂ ਸਕਦੇ, ਤੇ ਚਲੋ ਮਰਹਮ ਲਗਾ ਦੇਵੇ ਉਹ ਵੀ ਸਾਨੂੰ ਲੱਗਦਾ ਕਿ ਇੱਕ ਤਸੱਲੀ ਹੁੰਦੀ ਹੈ। ਤਾਂ ਤੁਹਾਡੀ ਇਹ ਸੰਸਥਾ ਕਿਸ ਤਰ੍ਹਾਂ ਦੇ ਨਾਲ ਉਹਨਾਂ ਜਿਹੜੇ ਸ਼ਰਨਾਰਥੀਆਂ ਨੇ ਉਹਨਾਂ ਦੇ ਲਈ ਕੰਮ ਕਰ ਰਹੀ ਹੈ, ਥੋੜ੍ਹਾ ਜਿਹਾ ਇੱਕ ਉਹ ਵੀ ਦੱਸ ਦਿਓ ਅਤੇ ਨਾਲ ਹੀ ਇਸ ਉਪਰਾਲੇ ਦੇ ਬਾਰੇ ਵਿੱਚ ਜ਼ਰੂਰ ਸਾਂਝਾ ਕਰੋ। ਮੈਂ ਸੁਰਜੀਤ ਸਿੰਘ ਜਨਰਲ ਸੈਕਟਰੀ
1947 POJK ਸ਼ਰਨਾਰਥੀ ਇੰਟੈਲੈਕਚੁਅਲ ਫੋਰਮ ਨਾਲ ਤਕਰੀਬਨ 10 ਸਾਲ ਤੋਂ ਕੰਮ ਕਰ ਰਿਹਾ ਹਾਂ ਜੀ ਅਸੀਂ ਲੋਕਾਂ ਦੇ ਪਰੇਸ਼ਾਨੀਆਂ ਨੂੰ ਦੇਖ ਕੇ, ਕਿਉਂਕਿ ਸਾਰੇ ਲੋਕਾਂ ਦੀ ਪਰੇਸ਼ਾਨੀ ਨਹੀਂ, ਪਰੇਸ਼ਾਨੀਆਂ ਸਾਡੀਆਂ ਆਪਣੀਆਂ ਵੀ ਹਨ। ਅਸੀਂ ਵੀ ਸ਼ਰਨਾਰਥੀਆਂ 'ਚੋਂ ਹੀ ਸੰਬੰਧ ਰੱਖਦੇ ਹਾਂ ਅਤੇ ਅਸੀਂ ਇੱਕ ਕੋਸ਼ਿਸ਼ ਕੀਤੀ ਹੈ ਕਿ ਲੋਕਾਂ ਨੂੰ ਇੱਕ ਜਗ੍ਹਾ ਇਕੱਠਾ ਕਰਕੇ ਉਹਨਾਂ ਤੋਂ ਸਰਕਾਰ ਤੱਕ ਆਵਾਜ਼ ਪਹੁੰਚਾਈ ਜਾਏ। ਜੀ ਹੁਣ ਜਿਹੜੀ ਇਹ ਕਨਵੈਨਸ਼ਨ ਸਮਾਗਮ ਹੋ ਰਿਹਾ ਹੈ, ਇਹ ਇਸ ਸਰਕਾਰ ਦਾ ਇੱਕ ਮਤਲਬ ਤਨਜ਼ੀਮ ਦਾ, ਜੰਮੂ ਪੀਪਲ ਫੋਰਮ ਦਾ ਇੱਕ ਬਹੁਤ ਬੜਾ ਕਦਮ ਹੈ ਕਿ ਉਹ 75 ਸਾਲ ਦੇ ਬਾਅਦ ਉਹਨਾਂ ਸ਼ਹੀਦਾਂ ਨੂੰ ਯਾਦ ਕੀਤਾ ਜਾ ਰਿਹਾ ਹੈ ਔਰ ਸਨਮਾਨਿਤ ਵੀ ਕਰਨ ਦਾ ਪ੍ਰੋਗਰਾਮ ਬਣਾ ਰਹੇ ਨੇ। ਜਿਸ ਤਰ੍ਹਾਂ ਐਡਵੋਕੇਟ ਸਾਹਿਬ ਨੇ ਦੱਸਿਆ, ਉਸ ਵਕਤ ਬ੍ਰਿਗੇਡੀਅਰ ਪ੍ਰੀਤਮ ਸਿੰਘ ਜੀ ਨੇ ਉਸ ਪੂਰੇ ਪੁੰਛ ਨੂੰ ਬਚਾਇਆ। ਅਸੀਂ ਉਸ ਨੂੰ ਪੁੰਛ ਦਾ ਸ਼ੇਰ ਵੀ ਮੰਨਦੇ ਹਾਂ ਅਤੇ ਪੁੰਛ ਦਾ ਸੇਵੀਅਰ ਵੀ ਮੰਨਦੇ ਹਾਂ। ਜੀ ਬਿਲਕੁਲ। ਪਰ ਉਹਨਾਂ ਨਾਲ ਜੋ ਇੰਡੀਆ ਗੌਰਮੈਂਟ ਨੇ ਸਲੂਕ ਕੀਤਾ, ਉਸ ਦਾ ਸਦਮਾ ਜਿੱਥੇ ਉਹਨਾਂ ਨੂੰ ਹੋਇਆ, ਉੱਥੇ ਸਾਰੀ ਸ਼ਰਨਾਰਥੀ ਬਰਾਦਰੀ ਨੂੰ ਵੀ ਇਸ ਦਾ ਬਹੁਤ ਬਹੁਤ ਸਦਮਾ ਹੋਇਆ ਔਰ ਅੱਜ ਇਹ ਕਿਹਾ ਜਾ ਰਿਹਾ ਕਿ ਉਹਨਾਂ ਦੇ ਪਰਿਵਾਰ ਦੇ ਮੈਂਬਰਾਂ ਨੂੰ ਸੱਦ ਕੇ ਉੱਥੇ ਸਨਮਾਨਿਤ ਕੀਤਾ ਜਾਏਗਾ। ਇਹ ਵੀ ਇੱਕ ਖੁਸ਼ੀ ਦੀ ਗੱਲ ਹੈ ਔਰ ਖੁਸ਼ੀ ਦਾ ਮੌਕਾ ਹੈ। ਸਾਡੀ ਕੌਮ ਅਹਿਸਾਨ ਫਰਾਮੋਸ਼ ਨਹੀਂ, ਜਿਹੜਾ ਇਸ ਨਾਲ ਕੋਈ ਅੱਛਾ ਕਰੇ ਉਸ ਨੂੰ ਅਸੀਂ ਹਮੇਸ਼ਾ ਯਾਦ ਰੱਖਦੇ ਹਾਂ। ਮੋਦੀ ਸਰਕਾਰ ਦੇ ਆਉਣ ਤੋਂ ਬਾਅਦ ਸਾਡੀ ਆਵਾਜ਼ ਸੈਂਟਰ ਸਰਕਾਰ ਨੇ ਸਮਝੀ ਹੈ ਔਰ 5.5 ਲੱਖ ਰੁਪਇਆ ਲੋਕਾਂ ਨੂੰ ਦੇ ਕੇ ਇਹ ਉਮੀਦ ਜਗਾਈ ਹੈ ਕਿ ਸ਼ਰਨਾਰਥੀਆਂ ਦੀ ਅੱਜ ਵੀ ਸਰਕਾਰ ਹਮਦਰਦ ਹੈ ਔਰ ਕਰੇਗੀ। ਅਸੀਂ ਯਕੀਨ ਰੱਖਦੇ ਹਾਂ, ਅਮਿਤ ਸ਼ਾਹ ਜੀ ਨੇ ਵੀ ਪਿੱਛੇ ਯਕੀਨ ਦਵਾਇਆ ਸੀ ਕਿ ਸ਼ਰਨਾਰਥੀਆਂ ਦੇ ਇਹਨਾਂ ਮਸਲਿਆਂ ਨੂੰ ਜਲਦ ਤੋਂ ਜਲਦ ਹੱਲ ਕੀਤਾ ਜਾਏਗਾ। ਜੀ ਤੋਂ ਮੈਂ ਇਸ ਦੇ ਨਾਲ ਏਕ ਬਾਣੀ ਦਾ ਬਹੁਤ ਸ਼ਰਧਾਪੂਰਵਕ ਅਸੀਂ ਇਹਨਾਂ ਦਾ ਪ੍ਰੋਗਰਾਮ ਦੇਖਦੇ ਰਹੇ ਹਾਂ। ਇਹਨਾਂ ਨੇ ਹਰ ਤਕਲੀਫ ਵਿੱਚ ਹਰ ਲੋਕਾਂ ਦੀ ਮੁਸ਼ਕਿਲ ਨੂੰ ਸਮਝ ਕੇ ਆਵਾਜ਼ ਹੱਦ ਤੱਕ ਪਹੁੰਚਾਈ ਹੈ ਔਰ ਖਾਸ ਕਰ ਰਮਨਦੀਪ ਜੀ, ਮੈਂ ਤੁਹਾਡੀ ਜ਼ਿਆਦਾ ਤਾਰੀਫ ਕਰਾਂਗਾ ਕਿ ਤੁਸੀਂ ਨੇ ਬੜੀ ਦਲੇਰੀ ਨਾਲ ਇਸ ਸਟੈਪ ਨੂੰ, ਹਰ ਇੱਕ ਸਟੈਪ ਨੂੰ ਚੁੱਕਿਆ। ਤੁਹਾਡੇ ਰਾਹੀਂ ਅਸੀਂ ਲੋਕਾਂ ਤੱਕ ਆਵਾਜ਼ ਪਹੁੰਚਾਉਣਾ ਚਾਹੁੰਦੇ ਹਾਂ ਕਿ ਬੜੀ ਤਾਦਾਦ ਵਿੱਚ ਲੋਕ ਆਉਣ। ਲੋਕਾਂ ਦਾ ਆਪਣਾ ਕੰਮ ਹੈ, ਸਾਰਾ ਸ਼ਰਨਾਰਥੀਆਂ ਦਾ ਆਪਣਾ ਕੰਮ ਹੈ। ਉਸ ਤਨਜ਼ੀਮ ਨੇ ਮਿਹਰਬਾਨੀ ਕੀਤੀ ਹੈ, ਪ੍ਰੋਗਰਾਮ ਰੱਖਿਆ, ਬੜੇ ਬੜੇ ਲੋਕ ਸੈਂਟਰ ਤੋਂ ਆ ਰਹੇ ਹਨ। ਉਹ ਸ਼ਰਨਾਰਥੀ ਜਿੱਥੇ ਵੀ ਕੋਈ ਬਸਦਾ ਹੈ, ਰਾਜਸਥਾਨ ਤੋਂ ਬੱਸਾਂ ਆ ਰਹੀਆਂ ਹਨ, ਹਿਮਾਚਲ ਤੋਂ ਬੱਸਾਂ ਆ ਰਹੀਆਂ ਹਨ, ਜਿੱਥੇ ਵੀ ਸ਼ਰਨਾਰਥੀ ਰਹਿੰਦੇ ਹਨ ਉਹ ਆ ਕੇ ਇੱਥੇ ਆ ਕੇ ਦੇਖਣਗੇ, ਆਪਸ ਵਿੱਚ ਇਕੱਠੇ ਹੋਣਗੇ, ਹੋਰ ਸਾਰੀਆਂ ਬੜੀਆਂ ਵਿਚਾਰਾਂ ਹੋ ਸਕਣਗੀਆਂ। ਸ਼ਰਨਾਰਥੀਆਂ ਦੀਆਂ ਬਹੁਤ ਸਾਰੀਆਂ ਤਨਜ਼ੀਮਾਂ ਹੋਰ ਵੀ ਕੰਮ ਕਰ ਰਹੀਆਂ ਹਨ। ਅੱਜ ਮੈਂ ਇਸ ਸਟੇਜ ਤੋਂ ਉਹਨਾਂ ਨੂੰ ਵੀ ਅਪੀਲ ਕਰਾਂਗਾ ਕਿ ਸਾਂਝੇ ਪਲੇਟਫਾਰਮ 'ਤੇ ਆ ਕੇ ਇਹ ਪ੍ਰੋਗਰਾਮ ਜਿਹੜਾ ਹੈ ਬਿਲਕੁਲ ਗੈਰ ਸਿਆਸੀ ਤੌਰ 'ਤੇ ਕੀਤਾ ਜਾ ਰਿਹਾ ਹੈ। ਇੱਥੇ ਤੱਕ ਜਿਹੜੇ ਆਰਗੇਨਾਈਜ਼ਰ ਹਨ ਉਹਨਾਂ ਨੇ ਤਾਂ ਹਦਾਇਤ ਕੀਤੀ ਹੈ ਕਿ ਕੋਈ ਵੀ ਆਦਮੀ ਜਿਹੜਾ ਕਿਸੇ ਪਾਰਟੀ ਦਾ ਝੰਡਾ ਲੈ ਕੇ ਨਹੀਂ ਆਏਗਾ। ਇਸ ਨਿਰੋਲਕ ਸਮਾਜਿਕ ਪ੍ਰੋਗਰਾਮ ਹੈ, ਇਸ ਵਿੱਚ ਤੁਸੀਂ ਵੀ ਕੋਆਪਰੇਟ ਕਰ ਰਹੇ ਹੋ। ਇੱਕ ਬਾਣੀ ਦਾ ਵੀ ਸਵਾਗਤ ਹੈ ਅਤੇ ਲੋਕਾਂ ਦਾ ਵੀ ਸਵਾਗਤ ਹੈ। ਅਸੀਂ ਲੋਕਾਂ ਨੂੰ ਬਾਰ-ਬਾਰ ਫਿਰ ਸ਼ਰਨਾਰਥੀ ਆਵਾਮ ਨੂੰ ਮੈਂ ਦਿਲ ਦੀਆਂ ਗਹਿਰਾਈਆਂ 'ਚੋਂ ਅਪੀਲ ਕਰਦਾ ਕਿ ਉਹ ਇਸ ਪ੍ਰੋਗਰਾਮ ਨੂੰ ਕਾਮਯਾਬ ਕਰਨ। ਤੁਹਾਡਾ ਬਹੁਤ ਬਹੁਤ ਧੰਨਵਾਦ ਇੱਕ ਬਾਣੀ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਸਰਦਾਰ ਸੁਰਜੀਤ ਸਿੰਘ ਜੀ ਹੋਣਾ ਦਾ, ਬਹੁਤ ਵਧੀਆ ਵਿਚਾਰ ਸਾਂਝੇ ਕੀਤੇ ਨੇ। ਅਤੇ ਨਾਲ ਹੀ ਜਿਸ ਤਰ੍ਹਾਂ ਦੇ ਨਾਲ ਇਹਨਾਂ ਨੇ ਬਹੁਤ ਸੋਹਣੀ ਇਹ ਗੱਲ ਕਹੀ ਹੈ ਕਿ ਜਿਨ੍ਹਾਂ ਦੇ ਵੱਲੋਂ ਇਹ ਪ੍ਰੋਗਰਾਮ ਜਿਹੜਾ ਉਲੀਕਾ ਗਿਆ, ਵਿਸ਼ੇਸ਼ ਤੌਰ 'ਤੇ ਕਿਹਾ ਗਿਆ ਕਿ ਤੁਸੀਂ ਇੱਕ ਕਿਸੇ ਸਮਾਜ ਦਾ ਦੁੱਖ ਸਾਂਝਾ ਕਰਨ ਦੇ ਰੂਪ ਵਿੱਚ ਉੱਥੇ ਆਇਓ, ਨਾ ਕਿ ਕਿਸੇ ਸਿਆਸੀ ਪਾਰਟੀ ਦੇ ਨਾਲ ਸੰਬੰਧ ਰੱਖਦੇ ਆਪਣੀ ਕਿਸੇ ਪਾਰਟੀ ਨੂੰ ਫਾਇਦਾ ਦੇਣ ਦੇ ਲਈ ਜਾਂ ਆਪਣੀ ਪਾਰਟੀ ਦੇ ਬਾਰੇ ਵਿੱਚ ਸੋਚ ਕੇ ਉੱਥੇ ਆਇਓ। ਹਾਂ, ਤੁਸੀਂ ਲੋਕਾਂ ਦੇ ਦੁੱਖ ਦੇ ਵਿੱਚ ਸਾਂਝੇ ਭਾਈਵਾਲ ਹੋ ਸਕਦੇ ਹੋ। ਜਿੱਦਾਂ ਮੈਂ ਪਹਿਲਾਂ ਵੀ ਗੱਲ ਕਹੀ ਹੈ ਕਿ ਅਸੀਂ ਕਿਸੇ ਦੇ ਜ਼ਖਮਾਂ ਨੂੰ ਭਰ ਨਹੀਂ ਸਕਦੇ, ਮਰਹਮ 'ਤੇ ਲਗਾ ਸਕਦੇ ਹਾਂ। ਬ੍ਰਿਗੇਡੀਅਰ ਪ੍ਰੀਤਮ ਸਿੰਘ ਹੋਣਾ ਦੀ ਗੱਲ ਕੀਤੀ ਹੈ, ਜਿੱਦਾਂ ਉਹਨਾਂ ਨੂੰ ਜਿੱਦਾਂ ਇੱਕ ਬਤੌਰ ਸ਼ੇਰ ਦੇ ਵੱਲੋਂ ਜਿਹੜਾ ਵਜੋਂ ਜਾਣਿਆ ਜਾਂਦਾ ਹੈ, ਤਾਂ ਉਹਨਾਂ ਦੀ ਸ਼ਹਾਦਤ ਨੂੰ ਵੀ ਕੋਟ ਪ੍ਰਣਾਮ ਆਪਾਂ ਸਾਰੇ ਹੀ ਕਰਦੇ ਹਾਂ। ਉਹਨਾਂ ਦਾ ਪਰਿਵਾਰ ਵੀ, ਜਿੱਦਾਂ ਵੀਰ ਜੀ ਹੋਣਾ ਨੇ ਦੱਸਿਆ, ਕਿ ਸ਼ਾਮਿਲ ਹੋਵੇਗਾ। ਨਾਲ ਹੀ 1947 ਦੇ ਵਿੱਚ ਸ਼ਹੀਦ ਹੋਏ ਉਸ ਸਮੇਂ, ਉਸ ਦੁੱਖ ਭਰੇ ਸਮੇਂ ਦੇ ਵਿੱਚ ਸ਼ਹੀਦ ਹੋਏ ਉਹਨਾਂ ਸ਼ਹੀਦਾਂ ਨੂੰ ਸ਼ਰਧਾਂਜਲੀ ਵੀ ਦਿੱਤੀ ਜਾਵੇਗੀ। ਤਾਂ ਫਿਰ ਤੋਂ ਆਪਾਂ ਵੀ ਇੱਕ ਬਾਣੀ ਚੈਨਲ ਦੇ ਵੱਲੋਂ ਇਹ ਅਪੀਲ ਕਰਦੇ ਹਾਂ ਕਿ ਜਿਹੜਾ ਕਿਸੇ ਦੇ ਦੁੱਖ ਸਾਂਝੇ ਕਰਨ ਦੇ ਲਈ ਪ੍ਰੋਗਰਾਮ ਵਿੱਢਿਆ ਜਾਂਦਾ, ਉਹਦੇ ਵਿੱਚ ਵੱਧ ਤੋਂ ਵੱਧ ਹਿੱਸਾ ਪਾਇਆ ਕਰੋ। ਸਾਰੇ ਹੀ ਉੱਥੇ ਪਹੁੰਚਣ, ਜਿੱਦਾਂ ਵੀਰ ਜੀ ਹੋਣਾ ਦੇ ਵੱਲੋਂ ਅਪੀਲ ਕੀਤੀ ਗਈ ਹੈ। ਅਤੇ ਨਾਲ ਹੀ ਮੈਂ ਫਿਰ ਤੋਂ ਇਹਨਾਂ ਸਾਰੇ ਹੀ ਵੀਰ ਜੀ ਹੋਣਾ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਕਿ ਸਮਾਜ ਦੇ ਵਿੱਚ ਆਪਣੀ ਚਿੰਤਾ ਜ਼ਾਹਰ ਕਰਦੇ ਹੋਏ ਇਹਨਾਂ ਮੁੱਦਿਆਂ ਦੇ ਉੱਤੇ ਗੱਲ ਕਰ ਰਹੇ ਨੇ। ਵੇਲਾ ਹੋ ਗਿਆ ਤੁਹਾਡੇ ਤੋਂ ਇਜਾਜ਼ਤ ਲੈਣ ਦਾ। ਮੈਨੂੰ ਦਿਓ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।